केजरीवाल दे कोल दो राह ने, या तो वो पार्टी के उत्ते कब्जा करके बैठ जाए तो या वो सरकार बना ले। केजरीवाल ने लास्ट में बनाने तो पहला मैंने कहा कि खैरा जी मैं आपको बना तो रहे हैं क्योंकि एमएलए आपके साथ है, अगर मेरा बस चलता तो मैं आपको एलओपी कभी ना बनाता। अरविंद केजरीवाल ने विक्रम मजीठिया तो माफी मांग ली सी, सब ने बड़ा शोर मचाया, सब ने अपोज किया, मैं भी उसको अपोज किया कि गलत काम किया वा, ਇਹਦੇ ਨਾਲ ਲੋਕਾਂ ਦਾ ਪਾਰਟੀ ਦਾ ਮਨੋਬਲ ਡਿੱਗਿਆ ਵਾ। ਅਗਰ ਮੈਂ ਵੀ ਮਾਫੀ ਮੰਗ ਕੇ ਨਿਕਲ ਜਾਂਦਾ ਤੇ ਮੇਰੇ ਤੇ ਨਾ ਐਨਡੀਪੀਐਸ ਦਾ ਕੇਸ ਹੋਣਾ ਸੀਗਾ ਫਾਜ਼ਿਲਕਾ ਵਾਲਾ ਤੇ ਨਾ ਮੇਰੇ ਖਿਲਾਫ ਈਡੀ ਨੇ ਕੋਈ ਰੇਡ ਕਰਨੇ ਸੀਗੇ। ਅੱਜ ਬੀਜੇਪੀ ਜਿਹੜੀ ਆ ਉਹ ਨਫ਼ਰਤ ਦੀ ਪਾਤਰ ਆ ਸਾਰੇ ਦੇਸ਼ ਵਿੱਚ, ਪੰਜਾਬ ਤਾਂ ਹੀ ਹੈ। ਬਾਦਲ ਇੱਕ ਹਮੇਸ਼ਾ ਫਿਊਡਲਿਸਟਿਕ ਸੋਚ ਲੈ ਕੇ ਅਕਾਲੀ ਦਲ ਤੇ ਕਬਜ਼ਾ ਕੀਤਾ। ਜਦੋਂ ਆਪਰੇਸ਼ਨ ਬਲੈਕ ਥੰਡਰ ਬਰਨਾਲਾ ਸਾਹਿਬ ਦੀ ਸਰਕਾਰ ਨੇ ਪੁਲਿਸ ਭੇਜੀ ਦਰਬਾਰ ਸਾਹਿਬ, ਇਹਨਾਂ ਨੇ ਬਤੌਰ ਐਗਰੀਕਲਚਰ ਮਿਨਿਸਟਰ ਫਿਰ ਅਸਤੀਫਾ ਦੇ ਦਿੱਤਾ। ਦੋਸਤੋ ਅੱਜ ਮੈਂ ਤੁਹਾਡੇ ਨਾਲ ਇੱਕ ਜ਼ਿੰਦਗੀ ਦਾ ਅਹਿਮ ਫੈਸਲਾ ਸਾਂਝਾ ਕਰਨ ਜਾ ਰਿਹਾ ਹਾਂ। ਤੁਹਾਨੂੰ ਸਭ ਨੂੰ ਤਕਰੀਬਨ ਪਤਾ ਵਾ ਕਿ ਪਿਛਲੇ ਕੁਝ ਦਿਨਾਂ ਤੋਂ ਚਰਚਾ ਚੱਲ ਰਹੀ ਸੀਗੀ ਕਿ ਅਸੀਂ ਕਾਂਗਰਸ ਵਿੱਚ ਜਾਵਾਂਗੇ। ਮੇਰੇ ਨਾਲ ਮੇਰੇ ਦੋ ਸਤਿਕਾਰਯੋਗ ਐਮਐਲਏ ਸਾਥੀ ਜਗਦੇਵ ਸਿੰਘ ਕਮਾਲੂ ਔਰ ਪਿਰਮਲ ਸਿੰਘ ਖਾਲਸਾ, ਅਸੀਂ ਕਾਫੀ ਅਰਸੇ ਤੋਂ ਬਹੁਤ ਡੂੰਘਾਈ ਦੇ ਨਾਲ, ਇਮਾਨਦਾਰੀ ਦੇ ਨਾਲ, ਵੱਖ-ਵੱਖ ਲੋਕਾਂ ਦੇ ਨਾਲ, ਵਿਦਵਾਨਾਂ ਨਾਲ, ਚੰਗੇ ਬੰਦਿਆਂ ਦੇ ਨਾਲ, ਕਟਿੰਗ ਅਕ੍ਰੋਸ ਪਾਰਟੀ ਲਾਈਨਸ ਮਸ਼ਵਰਾ ਕੀਤਾ ਕਿ ਸਾਨੂੰ ਆਉਣ ਵਾਲੇ ਸਮੇਂ ਦੇ ਵਿੱਚ ਕੀ ਕਰਨਾ ਚਾਹੀਦਾ। ਸਭ ਦੀ ਇੱਕ ਮੁੱਠ ਰਾਏ ਸੀਗੀ ਕਿ ਅਗਰ ਤੁਸੀਂ ਪੰਜਾਬ ਦੀ ਰਾਜਨੀਤੀ 'ਚ ਸਕਰੀਏ ਰਹਿਣਾ, ਰੈਲੇਵੈਂਟ ਰਹਿਣਾ, ਤੇ ਫਿਰ ਤੁਹਾਨੂੰ ਕੋਈ ਅੱਛਾ ਪਲੇਟਫਾਰਮ ਚੁਣਨਾ ਚਾਹੀਦਾ ਵਾ, ਕਿਉਂਕਿ ਅੱਛਾ ਪਲੇਟਫਾਰਮ ਖੜਾ ਕਰਨ ਵਾਸਤੇ ਮੈਂ ਬਹੁਤ ਇਮਾਨਦਾਰੀ ਨਾਲ ਯਤਨ ਕੀਤੇ ਨੇ। ਜਿਹੜੇ ਲੋਕ ਮੈਨੂੰ ਸੋਸ਼ਲ ਮੀਡੀਆ ਤੇ ਜਾਂ ਵੈਸੇ ਜਾਣਦੇ ਨੇ ਜਾਂ ਵੈਸੇ ਫੋਲੋ ਕਰਦੇ ਨੇ, ਉਹ ਮੇਰੇ ਇਸ ਇਮਾਨਦਾਰੀ ਦੇ ਯਤਨ ਨੂੰ ਅੱਛੀ ਤਰ੍ਹਾਂ ਸਮਝਦੇ ਹੋਣਗੇ। ਜਦੋਂ 2019 ਦੀ ਲੋਕ ਸਭਾ ਦੇ ਨਤੀਜੇ ਆਏ ਨਾ, ਤਾਂ ਮੈਂ ਇਹ ਮਹਿਸੂਸ ਕੀਤਾ ਕਿ ਅੱਜ ਜਿੰਨੇ ਅੱਛੇ ਲੋਕ ਨੇ, ਹਮਖਿਆਲ ਲੋਕ ਨੇ, ਉਹਨਾਂ ਸਾਰਿਆਂ ਨੂੰ ਇੱਕ ਵਾਰ ਇਕੱਠਾ ਕਰਕੇ ਦੇਖੀਏ ਜੇ ਪੰਜਾਬ ਸੈਂਟਰਿਕ ਇੱਕ ਪੰਜਾਬ ਦੀ ਖੇਤਰੀ ਫੋਰਸ ਖੜੀ ਹੋ ਸਕੇ। ਇਸੇ ਹੀ ਮੇਰੇ ਗ੍ਰਹਿ ਤੇ ਚੰਡੀਗੜ੍ਹ ਵਿਖੇ ਲਗਭਗ 7 ਤੋਂ 8 ਮੀਟਿੰਗਾਂ, ਮੈਂ ਹੁਣ ਵਿਅਕਤੀਆਂ ਦੇ ਨਾਮ ਨਹੀਂ ਲੈਣਾ ਚਾਹੁੰਦਾ, ਤੁਸੀਂ ਸਾਰੇ ਜਾਣਦੇ ਕਿ ਹਮਖਿਆਲ ਲੀਡਰ ਕੌਣ ਸੀਗੇ ਜਿਨ੍ਹਾਂ ਦੇ ਨਾਮ ਆਮ ਤੌਰ ਤੇ ਚਰਚਿਤ ਰਹੇ ਕਿ ਇਹਨਾਂ ਲੋਕਾਂ ਨੂੰ ਇਕੱਠੇ ਹੋਣਾ ਚਾਹੀਦਾ, ਪੰਜਾਬ ਦੇ ਹਿਤੈਸ਼ੀ ਸੀ ਜਿਹੜੇ। ਲਗਾਤਾਰ 7-8 ਮੀਟਿੰਗਾਂ ਕੀਤੀਆਂ ਔਰ ਬਹੁਤ ਕੋਸ਼ਿਸ਼ ਕੀਤੀ ਕਿ ਆ ਜਿਹੜੀਆਂ ਛੋਟੀਆਂ ਪਾਰਟੀਆਂ ਆਪਾਂ ਬਣਾ ਕੇ ਬੈਠੇ ਹੋਏ ਆ, ਇਹਨਾਂ ਸਾਰਿਆਂ ਨੂੰ ਇੱਕ ਵਾਰ ਭੰਗ ਕਰ ਦਿਓ। ਲੋਕਾਂ ਵਿੱਚ ਵਿਸ਼ਵਾਸ ਪੈਦਾ ਕਰਨ ਵਾਸਤੇ ਇੱਕ ਥਾਂ ਇਕੱਠੇ ਹੋ ਜਾਈਏ ਔਰ ਹਲੇ ਵੀ ਕੋਈ ਆਪਣੀ ਪਾਰਟੀ ਨਾ ਬਣਾਓ। ਤੁਸੀਂ ਇੱਕ ਵਾਰ ਆਵਾਜ਼ ਲਾਓ ਸਾਰੇ ਪੰਜਾਬ ਦੇ ਚੰਗੇ ਲੋਕਾਂ ਨੂੰ ਕਿ ਜਿਹੜੇ ਵੀ ਲੋਕ ਸਾਡੇ ਨਾਲ ਸਾਥ ਦੇਣਾ ਚਾਹੁੰਦੇ ਇਸ ਉਪਰਾਲੇ ਵਿੱਚ, ਅਸੀਂ ਉਹਨਾਂ ਦਾ ਸਵਾਗਤ ਕਰਾਂਗੇ। ਪਰ ਥੋੜਾ ਅਫਸੋਸ ਤੇ ਦੁੱਖ ਨਾਲ ਕਹਿਣਾ ਪੈਂਦਾ ਕਿ ਉਹ ਸਾਡੇ ਐਫਰਟਸ ਜਿਹੜੇ ਸੀਗੇ ਉਹ ਸਿਰੇ ਨਹੀਂ ਚੜ ਸਕੇ। ਮੈਂ ਕਿਸੇ ਨੂੰ ਕੋਈ ਦੋਸ਼ ਵੀ ਨਹੀਂ ਦੇਣਾ ਚਾਹੁੰਦਾ, ਉਹਦੇ ਵਿੱਚ ਮੈਂ ਆਪਣੇ ਆਪ ਨੂੰ ਵੀ ਦੋਸ਼ੀ ਸਮਝਦਾ ਵਾਂ, ਪਰ ਸਾਡਾ ਜਿਹੜਾ ਇੱਕ ਉਹ ਪੰਜਾਬ ਸੈਂਟਰਿਕ ਇੱਕ ਰੀਜਨਲ ਫੋਰਸ ਖੜੀ ਕਰਨ ਦਾ ਜਿਹੜਾ ਸੁਪਨਾ ਸੀਗਾ ਉਹ ਸਿਰੇ ਨਾ ਚੜ ਸਕਿਆ। ਇਸ ਕਰਕੇ ਸਾਨੂੰ ਇਹ ਫੈਸਲਾ ਜਿਹੜਾ ਲੈਣਾ ਪਿਆ ਕਾਂਗਰਸ ਜੁਆਇਨ ਕਰਨ ਦਾ। ਔਰ ਇਹ ਕਾਂਗਰਸ ਜੁਆਇਨ ਐਵੇਂ ਨਹੀਂ ਕਰ ਲਈ। ਮੈਨੂੰ ਪਤਾ ਵਾ ਕਿ ਕੁਝ ਲੋਕਾਂ ਨੂੰ ਇਹਦੇ ਨਾਲ ਸ਼ਾਇਦ ਉਹਨਾਂ ਨੂੰ ਅੱਛਾ ਨਾ ਲੱਗੇ, ਪਰ ਮੇਰੀ ਥੋੜੀ ਦਲੀਲ ਅੱਛੀ ਤਰ੍ਹਾਂ ਸੁਣ ਕੇ ਫਿਰ ਤੁਸੀਂ ਆਪਣਾ ਮਨ ਬਣਾਉਣਾ। ਕਾਂਗਰਸ ਜੁਆਇਨ ਕਰਨ ਦਾ ਫੈਸਲਾ ਪ੍ਰਮੁੱਖ ਕਾਰਨ ਜਿਹੜਾ ਹੈ ਉਹਦੇ 'ਚ ਇਹ ਵੀ ਆ ਕਿ ਮੈਂ ਜਦੋਂ 2015 'ਚ ਕਾਂਗਰਸ ਛੱਡ ਕੇ ਆਮ ਆਦਮੀ ਪਾਰਟੀ 'ਚ ਗਿਆ ਸੀ ਨਾ, ਮੈਂ ਅਰਵਿੰਦ ਕੇਜਰੀਵਾਲ ਦੀ ਕਾਰਜਸ਼ੈਲੀ ਔਰ ਜਿਹੜੀ ਉਹਨਾਂ ਦੇ ਗੱਲ ਕਰਨ ਦਾ ਅੰਦਾਜ਼ ਸੀਗਾ ਤੇ ਜੋ ਉਹਨਾਂ ਨੇ ਵਾਅਦੇ ਕੀਤੇ ਇਸ ਦੇਸ਼ ਦੀ ਰਾਜਨੀਤੀ ਵਿੱਚ ਇੱਕ ਕੁਆਲਿਟੇਟਿਵ ਚੇਂਜ ਲਿਆਉਣ ਦਾ, ਮੈਂ ਉਹਦੇ ਨਾਲ ਪ੍ਰਭਾਵਿਤ ਸੀਗਾ ਔਰ ਮੈਂ ਅਨਕੰਡੀਸ਼ਨਲ ਪਾਰਟੀ ਜੁਆਇਨ ਕੀਤੀ ਉਦੋਂ 2015 ਦੇ ਦਸੰਬਰ ਦੇ ਵਿੱਚ। ਲੇਕਿਨ ਮੈਨੂੰ ਬੜੇ ਦੁੱਖ ਨਾਲ ਕਹਿਣਾ ਪੈਂਦਾ ਕਿ ਜਦੋਂ ਉੱਥੇ ਜਾ ਕੇ ਮਾਹੌਲ ਦੇਖਿਆ ਤਾਂ ਉਹਨਾਂ ਨੇ ਪਾਰਟੀ ਨੂੰ ਪੂਰੀ ਤਰ੍ਹਾਂ ਜਕੜਿਆ ਹੋਇਆ ਸੀਗਾ। ਮੇਰਾ ਇੱਕ ਬਹੁਤ ਅੱਛਾ ਦੋਸਤ ਆ, ਉਹ ਪੱਤਰਕਾਰ ਹੈ, ਬੜਾ ਸੀਨੀਅਰ, ਉਹਦਾ ਨਾਮ ਤਾਂ ਨਹੀਂ ਮੈਂ ਲੈ ਸਕਦਾ, ਉਹਨੇ ਮੈਨੂੰ 2017 ਦੀ ਇਲੈਕਸ਼ਨ ਤੋਂ ਕਾਫੀ 4-5 ਮਹੀਨੇ ਪਹਿਲਾਂ ਕਹਿਤਾ ਕਿ ਹੁਣ ਤੁਹਾਡੀ ਸਰਕਾਰ ਆਮ ਆਦਮੀ ਪਾਰਟੀ ਦੀ ਪੰਜਾਬ 'ਚ ਨਹੀਂ ਬਣੇਗੀ। ਮੈਂ ਕਿਹਾ ਕਿਉਂ ਨਹੀਂ ਬਣੇਗੀ? ਕਹਿੰਦਾ ਕੇਜਰੀਵਾਲ ਦੇ ਕੋਲ ਦੋ ਰਾਹ ਨੇ, ਜਾਂ ਤਾਂ ਉਹ ਪਾਰਟੀ ਦੇ ਉੱਤੇ ਕਬਜ਼ਾ ਕਰਕੇ ਬੈਠ ਜਾਵੇ ਤੇ ਜਾਂ ਉਹ ਸਰਕਾਰ ਬਣਾ ਲਵੇ। ਕੇਜਰੀਵਾਲ ਨੇ ਆਹ ਵਾਲਾ ਰਾਹ ਚੁਣਿਆ। ਉਹਨਾਂ ਨੇ ਪਾਰਟੀ ਨੂੰ ਗਲਛਿਆ ਹੋਇਆ ਸੀਗਾ ਕਿ ਕੋਈ ਵੀ ਪਾਰਟੀ 'ਚ ਫੈਸਲਾ ਕੋਈ ਆਦਮੀ ਸਾਡੇ ਤੋਂ ਬਾਹਰ ਨਹੀਂ ਹੋ ਸਕਦਾ, ਔਰ ਇਸੇ ਕਰਕੇ ਉਹਨਾਂ ਨੇ ਪਾਰਟੀ ਦੇ ਵਿੱਚ ਕੋਈ 2017 'ਚ ਕੋਈ ਯੋਗ ਚਿਹਰਾ ਪੰਜਾਬ ਦੇ ਵਿੱਚ ਪੰਜਾਬ ਦਾ ਨਹੀਂ ਉਤਾਰਿਆ, ਜਿਹਦੇ ਕਰਕੇ ਪੰਜਾਬ ਦੇ ਵਿੱਚ ਉਹਨਾਂ ਦਾ ਗ੍ਰਾਫ ਜਿਹੜਾ ਸੀਗਾ ਉਹ 100 ਸੀਟ ਤੋਂ ਡਿੱਗ ਕੇ 20 ਸੀਟਾਂ ਤੇ ਆ ਗਿਆ। ਚਲੋ 20 ਤੇ ਵੀ ਆ ਗਿਆ ਸੀਗਾ, ਆਪੋਜੀਸ਼ਨ ਬਣ ਗਈ ਸੀਗੀ, ਲੇਕਿਨ ਉਸ ਤੋਂ ਬਾਅਦ ਵੀ ਉਹਨਾਂ ਦੇ ਜਿਹੜੀ ਰਣਨੀਤੀ ਸੀ ਉਹ ਬਦਲੀ ਨਹੀਂ। ਉਹਨਾਂ ਨੇ ਕਿਸੇ ਵੀ ਆਪਣੇ ਕਿਸੇ ਗਲਤੀ ਨੂੰ ਕਦੀ ਪਿੱਛੇ ਮੁੜ ਕੇ ਦੇਖਿਆ ਹੀ ਨਹੀਂ ਅੱਜ ਤੱਕ। ਪੁਰਾਣੀਆਂ ਗੱਲਾਂ ਮੈਂ ਛੱਡ ਦਿੰਦਾ ਕਿ ਛੋਟੇਪੁਰ ਸਾਹਿਬ ਨੂੰ ਕੱਢਿਆ, ਡਾਕਟਰ ਗਾਂਧੀ ਨੂੰ ਕੱਢਿਆ, ਘੁੱਗੀ ਨੂੰ ਕੱਢਿਆ, ਉਹ ਗੱਲਾਂ ਸਾਰੀਆਂ ਪਾਸ ਹੋ ਚੁੱਕੀਆਂ ਸੀਗੀਆਂ। ਲੇਕਿਨ ਆ ਜਿਹੜਾ ਗਵਰਨਮੈਂਟ ਬਣਨ ਤੋਂ ਬਾਅਦ ਜਦੋਂ ਫੁਲਕਾ ਸਾਹਿਬ ਬੜੇ ਨੇ, ਉਹਨਾਂ ਨੇ ਬੜਾ ਅੱਛਾ ਕੰਮ ਕੀਤਾ 7-8 ਮਹੀਨੇ ਬਤੌਰ ਲੀਡਰ ਆਫ ਆਪੋਜੀਸ਼ਨ। ਉਸ ਤੋਂ ਬਾਅਦ ਲੀਡਰ ਆਫ ਆਪੋਜੀਸ਼ਨ ਮੈਨੂੰ ਬਣਾਇਆ
और ਜਿਹੜੇ ਹਾਲਾਤਾਂ 'ਚ ਬਣਾਇਆ ਗਿਆ ਮੈਂ ਹੁਣ ਸਭ ਨਾਲ ਬਹੁਤ ਨਹੀਂ ਰਿਪੀਟਡਲੀ ਸਾਂਝੇ ਕਰਨਾ ਚਾਹੁੰਦਾ। ਇਹ ਵੀ ਮੇਰੇ ਜਿਹੜੇ 20 ਚੋਂ 16 ਐਮਐਲਏਜ਼ ਨੇ ਚੰਡੀਗੜ੍ਹ ਇੱਕ ਮੀਟਿੰਗ ਕਰਕੇ ਇੱਕ ਚਿੱਠੀ ਲਿਖ ਕੇ ਭੇਜਤੀ ਸੀ ਕੇਜਰੀਵਾਲ ਨੂੰ ਕਿ ਅਸੀਂ ਇਸ ਨੂੰ ਆਪਣਾ ਆਗੂ ਬਣਾਉਣਾ ਚਾਹੁੰਦੇ, ਕਿਉਂਕਿ ਅਸੀਂ ਚਾਹੁੰਦੇ ਹਾਂ ਕਿ ਪੰਜਾਬ ਦੇ ਵਿੱਚ ਪਾਰਟੀ ਜਿਹੜੀ ਮਜ਼ਬੂਤ ਹੋਵੇ ਔਰ ਮਜ਼ਬੂਤ ਕਰਨ ਵਿੱਚ ਸੁਖਪਾਲ ਸਿੰਘ ਖਹਿਰਾ ਯੋਗਦਾਨ ਪਾ ਸਕਦਾ। ਉਹਨਾਂ ਨੇ ਜਿਹੜੇ ਵੀ ਮੇਰੇ ਚੰਗੇ ਗੁਣ ਸੀ ਉੱਥੇ ਵਿੱਚ ਲਿਖ ਕੇ ਭੇਜ ਦਿੱਤੇ, ਉਹਨਾਂ ਨੂੰ ਮੈਨੂੰ ਬਣਾਉਣਾ ਪਿਆ। ਇੱਕ ਅਗਰ ਮੈਂ ਗੱਲ ਕਨਫੈਸ ਕਰਾਂ ਤੇ ਜਿਹੜੀ ਲਾਸਟ ਮੀਟਿੰਗ ਬਣਨ ਲੱਗਿਆ ਮੈਨੂੰ ਜਦੋਂ ਸਾਰੇ ਐਮਐਲਏ ਦੇ ਵਿਚਾਰ ਲਏ ਗਏ ਤੇ ਮੈਨੂੰ ਲਾਸਟ ਵਿੱਚ ਬੁਲਾਇਆ ਗਿਆ ਸੀਗਾ ਤੇ ਸੰਜੇ ਸਿੰਘ ਵੀ ਉਸ ਮੀਟਿੰਗ ਵਿੱਚ ਹਾਜ਼ਰ ਸੀ। ਤਾਂ ਅਰਵਿੰਦ ਕੇਜਰੀਵਾਲ ਨੇ ਮੇਰੇ ਨਾਲ ਥੋੜੀ ਜਿਹੀ ਬਹਿਸ ਜੀ ਚੱਲ ਪਈ। ਉਸ ਤੋਂ ਬਾਅਦ संजय सिंह ने रोका तो उन्होंने कहा कि अब भाई साहब अब बना ही रहे हैं तो आप इनसे आप बहस करने का कोई मतलब नहीं बनता। पर केजरीवाल ने लास्ट ਵਿੱਚ ਬਣਾਉਣ ਤੋਂ ਪਹਿਲਾਂ ਮੈਨੂੰ ਕਿਹਾ कि खैरा जी मैं आपको बना तो रहे हैं क्योंकि एमएलए आपके साथ हैं, अगर मेरा बस चलता तो मैं आपको एलओपी कभी ना बनाता। ਮੈਨੂੰ ਉਦੋਂ ਤੋਂ ਹੀ ਪਤਾ ਲੱਗ ਗਿਆ ਕਿ ਮੇਰੀ ਪੁੱਠੀ ਗਿਣਤੀ ਸ਼ੁਰੂ ਹੋ ਗਈ ਹੈ। एलओपी ਬਣ ਗਿਆ। ਜੋ ਵੀ ਮੇਰੇ ਚ ਇਮਾਨਦਾਰੀ ਸੀ, ਜਿੰਨੀ ਤਨਦੇਹੀ ਸੀ, ਮੈਂ ਉਸ ਅਹੁਦੇ ਦੇ ਫਰਜ਼ ਨਿਭਾਉਣੇ ਸ਼ੁਰੂ ਕਰ ਦਿੱਤੇ। ਦੋਸਤੋ, ਜਿਹੜਾ ਤੁਹਾਨੂੰ ਲੱਗਦਾ ਨਾ ਕਿ ਐਲਓਪੀ ਜਿਹੜਾ ਜੀ ਬੜਾ ਸੁਖਾਲਾ ਜਿਹਾ ਅਹੁਦਾ ਵਾ, ਇਹ ਗੱਡੀਆਂ ਮੋਟਰਾਂ ਤੇ ਕੋਠੀਆਂ ਮਿਲਦੀਆਂ ਨੇ, ਕੁਝ ਲੋਕ ਇਹਨੂੰ ਕੁਰਸੀ ਨਾਲ ਜੋੜਦੇ ਨੇ, ਇਸ ਤਰ੍ਹਾਂ ਨਹੀਂਗਾ। ਜੇ ਤਾਂ ਤੁਸੀਂ ਇਹਨੂੰ ਆਰਾਮ ਪ੍ਰਸਤੀ ਦੇ ਨਾਲ ਕੱਟਣਾ, ਜਿੱਦਾਂ ਪਹਿਲਾਂ ਤੁਰੀ ਆਉਂਦੀ ਸੀ ਰਵਾਇਤ, ਫਿਰ ਇਹ ਆਰਾਮ ਪ੍ਰਸਤੀ ਵਾਲਾ ਅਹੁਦਾ ਹੈਗਾ ਵਾ। ਪਰ ਮੈਂ ਇਸ ਨੂੰ ਆਪਣੀ ਇੱਕ ਪ੍ਰੋਪਰ ਜ਼ਿੰਮੇਵਾਰੀ ਸਮਝਦੇ, ਆਪਣਾ ਫਰਜ਼ ਸਮਝਦੇ, ਮੈਂ ਇੱਕ ਵਿਰੋਧੀ ਧਿਰ ਦੇ ਲੀਡਰ ਦਾ ਜਿਹੜਾ ਰੋਲ ਸੀਗਾ ਉਹ ਆਪਣੇ ਵੱਲੋਂ ਪੂਰੀ ਸ਼ਿੱਦਤ ਦੇ ਨਾਲ ਨਿਭਾਇਆ। ਤੁਹਾਨੂੰ ਸਭ ਨੂੰ ਪਤਾ ਇਹਦੇ ਬਾਰੇ ਮੈਂ ਆਪਣੀ ਕੋਈ ਵਜਾਹਤ ਨਹੀਂ ਕਰ ਰਿਹਾ। ਔਰ ਉਹਦੇ ਵਿੱਚ ਇੱਕ ਇਹੋ ਜਿਹਾ ਮੌਕਾ ਆਇਆ ਕਿ ਮਾਫੀਆ ਦਾ ਬੜਾ ਵੱਡਾ ਮਾਈਨਿੰਗ ਮਾਫੀਆ ਦਾ ਸਕੈਂਡਲ ਉੱਠਿਆ। ਉਹਦੇ ਵਿੱਚ ਇੱਕ ਮਿਨਿਸਟਰ ਨੂੰ ਅਸਤੀਫਾ ਦੇਣਾ ਪਿਆ। ਉਸ ਮਿਨਿਸਟਰ ਨੇ ਆਪਣੀ ਸ਼ਕਤੀ ਦਾ ਦੁਰਉਪਯੋਗ ਕਰਕੇ ਮੇਰੇ ਖਿਲਾਫ ਫਾਜ਼ਿਲਕਾ ਦੇ ਵਿੱਚ ਜਾ ਕੇ ਇੱਕ 2015 ਦਾ ਪੁਰਾਣਾ ਮੁਕੱਦਮਾ ਸੀ, ਉਹਦੇ ਵਿੱਚ 2017 ਚ ਮੇਰਾ ਉਸ ਐਨਡੀਪੀਐਸ ਡਰੱਗਸ ਦੇ ਕੇਸ ਵਿੱਚ ਨਾਮ ਜੋੜ ਦਿੱਤਾ। ਉਸ ਕੇਸ ਵਿੱਚ ਦੋਸਤੋ 20 ਸਾਲ ਲੋਕਾਂ ਨੂੰ ਕੈਦ ਹੋਈ ਆ। ਮੈਨੂੰ ਚਲੋ ਪਰਮਾਤਮਾ ਵਾਹਿਗੁਰੂ ਦੀ ਕਿਰਪਾ ਦੇ ਨਾਲ ਸੁਪਰੀਮ ਕੋਰਟ ਆਫ ਇੰਡੀਆ ਨੇ ਮੈਨੂੰ ਉਹਦੇ ਵਿੱਚ ਸਟੇ ਦੇ ਦਿੱਤਾ। ਇਸ ਤੋਂ ਥੋੜਾ ਜਿਹਾ ਪਿੱਛੇ ਅੱਗੇ ਚੱਲ ਜਾਈਏ, ਉਹਦੇ ਨੇੜੇ ਤੇੜੇ ਅਰਵਿੰਦ ਕੇਜਰੀਵਾਲ ਨੇ ਬਿਕਰਮ ਮਜੀਠੀਆ ਤੋਂ ਮਾਫੀ ਮੰਗ ਲਈ ਸੀਗੀ। ਸਭ ਨੇ ਬੜਾ ਸ਼ੋਰ ਮਚਾਇਆ, ਸਭ ਨੇ ਅਪੋਜ਼ ਕੀਤਾ, ਮੈਂ ਵੀ ਉਸ ਨੂੰ ਅਪੋਜ਼ ਕੀਤਾ ਕਿ ਗਲਤ ਕੰਮ ਕੀਤਾ ਵਾ, ਇਹਦੇ ਨਾਲ ਲੋਕਾਂ ਦਾ ਪਾਰਟੀ ਦਾ ਮਨੋਬਲ ਡਿੱਗਿਆ ਵਾ। ਹੁਣ ਉਹ ਤਾਂ ਮਾਫੀ ਮੰਗ ਕੇ ਤੇ ਨਿਕਲ ਗਏ, ਲੇਕਿਨ ਮੈਂ ਜਿਹੜਾ ਸਰਕਾਰ ਦੇ ਨਾਲ ਮੱਥਾ ਲਾਇਆ ਸੀਗਾ 2017-18 ਵਿੱਚ ਬਤੌਰ ਲੀਡਰ ਆਫ ਆਪੋਜੀਸ਼ਨ, ਮੈਂ ਤਾਂ ਉਹ ਐਨਡੀਪੀਐਸ ਦਾ ਕੇਸ ਅੱਜ ਵੀ ਭੁਗਤ ਰਿਹਾ ਵਾਂ। ਔਰ ਤੁਹਾਨੂੰ ਅੱਛੀ ਤਰ੍ਹਾਂ ਮੈਂ ਯਾਦ ਕਰਾਉਣਾ ਚਾਹੁੰਦਾ ਕਿ ਜਿਹੜੇ ਹੁਣ ਐਨਫੋਰਸਮੈਂਟ ਡਾਇਰੈਕਟੋਰੇਟ ਈਡੀ ਨੇ ਜਿਹੜੇ ਮੇਰੇ ਘਰ ਤੇ ਛਾਪੇ ਮਾਰੇ ਨੇ ਔਰ ਮੇਰੇ ਬੇਟੀ ਦੇ ਵੀ ਘਰ ਨੂੰ ਸਪੇਅਰ ਨਹੀਂ ਕੀਤਾ ਦਿੱਲੀ, ਮੇਰੇ ਉਹਨਾਂ ਦੀ ਸ਼ਾਦੀ ਵੀ ਬਾਅਦ ਵਿੱਚ ਹੋਈ ਉਸ ਮੁਕੱਦਮੇ ਤੋਂ, ਉਹ ਜਿਹੜੇ ਈਡੀ ਦੇ ਰੇਡ ਨੇ ਉਹ ਇਸੇ ਹੀ ਪੋਲਿਟਿਕਸ ਨਾਲ ਕਨੈਕਟਡ ਨੇ। ਅਗਰ ਮੈਂ ਵੀ ਮਾਫੀ ਮੰਗ ਕੇ ਨਿਕਲ ਜਾਂਦਾ ਤੇ ਮੇਰੇ ਤੇ ਨਾ ਐਨਡੀਪੀਐਸ ਦਾ ਕੇਸ ਹੋਣਾ ਸੀਗਾ ਫਾਜ਼ਿਲਕਾ ਵਾਲਾ ਤੇ ਨਾ ਮੇਰੇ ਖਿਲਾਫ ਈਡੀ ਨੇ ਕੋਈ ਰੇਡ ਕਰਨੇ ਸੀਗੇ। ਪਰ ਮੇਰੀ ਆਤਮਾ ਹਮੇਸ਼ਾ ਇਹ ਕਹਿੰਦੀ ਹੈ ਕਿ ਜੋ ਹੱਕ ਤੇ ਜੋ ਸੱਚ ਆ ਉਸ ਨੂੰ ਬਿਆਨ ਕਰਨਾ। ਉਦੋਂ ਮੇਰੇ ਖਿਲਾਫ ਉਸ ਵਕਤ ਦੀ ਪੰਜਾਬ ਸਰਕਾਰ ਨੇ ਐਨਡੀਪੀਐਸ ਦਾ ਕੇਸ ਘੜਿਆ, ਉਸ ਮੰਤਰੀ ਦੇ ਕਹਿਣ ਤੇ ਉਹਨੇ ਆਪਣਾ ਅਸਰ ਰਸੂਖ ਪੈਸੇ ਦਾ ਦੁਰਉਪਯੋਗ ਕੀਤਾ। ਤੇ ਹੁਣ ਕਿਉਂਕਿ ਮੈਂ ਬੀਜੇਪੀ ਦਾ ਡਟ ਕੇ ਵਿਰੋਧ ਕਰ ਰਿਹਾ ਸੀਗਾ ਕਿਸਾਨ ਅੰਦੋਲਨ ਨੂੰ ਲੈ ਕੇ, ਮੈਂ ਉਹਦੇ ਵਿੱਚ ਸ਼ਿਰਕਤ ਵੀ ਕੀਤੀ, ਜਿੰਨੀ ਮੇਰੇ ਵਿੱਚ ਸਮਰੱਥਾ ਸੀ ਮੈਂ ਜਾਂਦਾ ਆਉਂਦਾ ਵੀ ਰਿਹਾ ਵਾਂ। ਪਰ ਜਦੋਂ 26 ਜਨਵਰੀ ਨੂੰ ਟਰੈਕਟਰ ਪਰੇਡ ਦੇ ਦੌਰਾਨ ਨਵਰੀਤ ਸਿੰਘ ਡਿਬਡਬਾ ਦਾ ਕਤਲ ਕੀਤਾ ਗਿਆ ਦਿੱਲੀ ਪੁਲਿਸ ਵੱਲੋਂ, ਮੈਂ ਉਸ ਨੂੰ ਬਹੁਤ ਜ਼ੋਰਦਾਰ ਢੰਗ ਦੇ ਨਾਲ ਚੱਕਿਆ ਔਰ ਉਸ ਪਰਿਵਾਰ ਨੂੰ ਦਿੱਲੀ ਹਾਈ ਕੋਰਟ ਤੱਕ ਲਿਜਾ ਕੇ ਉਹਦੇ ਵਿੱਚ ਇਨਸਾਫ ਦਿਵਾਉਣ ਦਾ ਉਪਰਾਲਾ ਕੀਤਾ। ਉਸ ਤੋਂ ਪਹਿਲਾਂ ਜਿਹੜਾ ਯੂਆਪਾ ਦੇ ਕੇਸਿਸ ਦੇ ਤਹਿਤ ਬਹੁਤ ਜ਼ੁਲਮ ਢਾਇਆ ਜਾ ਰਿਹਾ ਸੀ ਪੰਜਾਬ ਔਰ ਦੇਸ਼ ਭਰ ਦੇ ਵਿੱਚ, ਉਹਦੇ ਵਿੱਚ ਵੀ ਮੈਂ ਬਹੁਤ ਲੜਾਈ ਲੜੀ, ਕਿਉਂਕਿ ਯੂਆਪਾ ਕਾਨੂੰਨ ਬੇਸਿਕਲੀ ਡਾਇਰੈਕਟਲੀ ਐਨਆਈਏ ਦੇ ਥੱਲੇ ਆਉਂਦਾ, ਨੈਸ਼ਨਲ ਇਨਵੈਸਟੀਗੇਟਿੰਗ ਏਜੰਸੀ, ਜਿਹੜਾ ਪ੍ਰਾਈਮ ਮਿਨਿਸਟਰ ਦੇ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਮਿਸਟਰ ਅਜੀਤ ਡੋਵਾਲ ਦੇ ਤਹਿਤ ਆ। ਤੇ ਜਦੋਂ ਮੈਂ ਯੂਆਪਾ ਦਾ ਵਿਰੋਧ ਕਰਦਾ ਵਾਂ, ਇਹਦਾ ਮਤਲਬ ਹੈ ਐਨਆਈਏ ਦਾ ਤੇ ਉਸ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਜਿਹੜੇ ਪ੍ਰਾਈਮ ਮਿਨਿਸਟਰ ਉਹਦਾ ਵਿਰੋਧ ਕਰਦਾ, ਬੀਜੇਪੀ ਦਾ ਤਾਂ ਵਿਰੋਧ ਕਰਦਾ ਹੀ ਕਰਦਾ ਸੀਗਾ। ਹੁਣ ਪੰਜਾਬ ਦੇ ਵਿੱਚ ਇੰਨੇ ਪਾਰਟੀਆਂ ਦੇ ਲੀਡਰ ਨੇ, ਇੰਨੇ ਐਮਐਲਏ ਨੇ, ਇੰਨੇ ਮਿਨਿਸਟਰਸ ਨੇ, ਇੰਨੇ ਫਾਰਮਰ ਮਿਨਿਸਟਰਸ ਨੇ, ਬਾਦਲ ਵਰਗੇ ਵੱਡੇ ਵੱਡੇ ਪਰਿਵਾਰਾਂ ਦੇ ਲੋਕ ਨੇ, ਉਹਨਾਂ ਦੇ ਖਿਲਾਫ ਤਾਂ ਕਦੀ ਕਿਸੇ ਈਡੀ ਨੇ ਅੱਜ ਤੱਕ ਕੋਈ ਛਾਪਾਮਾਰੀ ਨਹੀਂ ਕੀਤੀ, ਕੋਈ ਕੇਸ ਨਹੀਂ ਬਣਾਇਆ। ਪਰ ਮੇਰੇ ਖਿਲਾਫ ਉਹਨਾਂ ਨੇ ਇਹ ਕੀਤਾ ਕਿਉਂਕਿ ਮੈਨੂੰ ਸਬਕ ਸਿਖਾਉਣਾ ਚਾਹੁੰਦੇ ਸੀ, ਜਿਹੜਾ ਮੈਂ ਯੂਆਪਾ ਵਰਗੇ ਕੇਸਿਸ ਔਰ ਜੋ ਕਿਸਾਨ ਅੰਦੋਲਨ ਵਿੱਚ ਜੋ ਨਵਰੀਤ ਸਿੰਘ ਡਿਬਡਬਾ ਦਾ ਮੈਂ ਉਸ ਕਤਲ ਦੇ ਇਨਸਾਫ ਦੀ ਲੜਾਈ ਲੜ ਰਿਹਾ ਸੀਗਾ, ਉਹ ਮੇਰੀ ਆਵਾਜ਼ ਬੰਦ ਕਰਾਉਣਾ ਚਾਹੁੰਦੇ ਸੀਗੇ। ਇਸ ਕਰਕੇ ਜੇ ਤਾਂ ਕੋਈ ਵੀ ਰੋਲ ਤੁਹਾਨੂੰ ਮਿਲਦਾ ਜ਼ਿੰਦਗੀ 'ਚ, ਜੇ ਤਾਂ ਤੁਸੀਂ ਉਸ ਨੂੰ ਸਿਰਫ ਕੀ ਕਹਿੰਦੇ ਹੁੰਦੇ ਰਸਮੀ ਤੌਰ ਤੇ ਨਿਭਾਉਣਾ ਚਾਹੁੰਦੇ ਹੋ,
ਤਾਂ ਫਿਰ ਤੁਹਾਨੂੰ ਕੋਈ ਤੰਗ ਨਹੀਂ ਕਰੇਗਾ, ਫਿਰ ਤੁਹਾਡੇ ਤੇ ਕੋਈ ਪਰਚੇ ਦਰਜ ਨਹੀਂ ਕਰੇਗਾ। ਬਹੁਤ ਸਾਰੇ ਐਮਐਲਏ 2007 ਤੋਂ 12 ਵਾਲੀ ਅਕਾਲੀ ਦਲ ਦੀ ਸਰਕਾਰ ਵਿੱਚ ਕਾਂਗਰਸ ਦੇ ਸੀਗੇ, ਪਰ ਮੈਂ ਆਊਟਸਟੈਂਡਿੰਗਲੀ ਬਾਦਲਾਂ ਦਾ ਵਿਰੋਧ ਕੀਤਾ। ਉਹਨਾਂ ਦਾ ਜਿਹੜਾ ਟਰਾਂਸਪੋਰਟ ਮਾਫੀਆ, ਜੋ ਵੀ ਉਹਨਾਂ ਨੇ ਗਲਤ ਕੰਮ ਕੀਤੇ, ਭ੍ਰਿਸ਼ਟਾਚਾਰ ਕੀਤਾ, ਉਹਦੇ 'ਚ ਮੈਂ ਜਦੋਂ ਵਿਰੋਧ ਕੀਤਾ, ਮੇਰੇ ਤੇ ਉਦੋਂ ਵੀ ਇਹਨਾਂ ਨੇ 6 ਝੂਠੇ ਮੁਕੱਦਮੇ ਦਰਜ ਕੀਤੇ ਸੀਗੇ। ਔਰ ਲਗਾਤਾਰ ਮੈਂ ਉਹਨਾਂ ਦਾ ਜਿਹੜਾ ਵਿਰੋਧ ਕਰਦਾ ਰਿਹਾ, ਉਹਦਾ ਮੈਨੂੰ ਖਮਿਆਜ਼ਾ ਭੁਗਤਣਾ ਪਿਆ। ਇਸ ਕਰਕੇ ਮੈਂ ਤੁਹਾਨੂੰ ਇਹ ਕਹਿਣਾ ਚਾਹੁੰਦਾ ਵਾਂ ਕਿ ਇਹ ਕੁਝ ਕਾਰਨ ਨੇ ਕਿ ਜਿਹੜਾ ਮੇਰਾ ਮਨ ਬਣਾਉਣ ਵਿੱਚ ਆਹਿਸਤਾ ਆਹਿਸਤਾ ਸਹਾਈ ਹੋ ਰਹੇ ਸੀਗੇ। ਦੂਸਰੇ, ਜਿਹੜਾ ਅੱਜ ਅਰਵਿੰਦ ਕੇਜਰੀਵਾਲ ਆਮ ਆਦਮੀ ਪਾਰਟੀ ਹੈ, ਉਹਨਾਂ ਨੇ ਜਿਹੜਾ ਇੱਕ ਪ੍ਰਚਾਰ ਕੀਤਾ ਸੀ, ਬਾਕੀ ਗੱਲਾਂ ਆਪਾਂ ਸਾਰੀਆਂ ਛੱਡ ਦਈਏ। ਇੱਕ ਉਹਨਾਂ ਨੇ ਪ੍ਰਚਾਰ ਕੀਤਾ ਸੀ ਕਿ ਇਹ ਆਮ ਲੋਕਾਂ ਦੀ ਪਾਰਟੀ ਹੋਵੇਗੀ। ਅਸੀਂ ਰੇਹੜੀ ਵਾਲਿਆਂ ਨੂੰ, ਪੈਂਚਰ ਵਾਲਿਆਂ ਨੂੰ, ਉਹਨਾਂ ਦੇ ਇੱਥੋਂ ਦਾ ਲੋਕਲ ਪ੍ਰਧਾਨ ਅਕਸਰ ਬਿਆਨ ਦਿੰਦਾ ਰਿਹਾ। ਤੁਸੀਂ ਮੈਨੂੰ ਦੱਸ ਦਿਓ ਕਿ ਪਿਛਲੇ ਜਿੰਨੀ ਵੀ ਦੇਰ ਦੇ ਇਹ ਸਾਡੇ ਜਾਣ ਤੋਂ ਬਾਅਦ ਜੋ ਲੋਕਾਂ ਨੂੰ ਰਲਾ ਰਹੇ ਨੇ, ਉਹ ਕਿੰਨੇ ਕੁ ਰੇੜੀਆਂ ਵਾਲੇ ਤੇ ਕਿੰਨੇ ਕੁ ਪੈਂਚਰਾਂ ਵਾਲੇ ਰਲਾਏ ਨੇ। ਕੱਲ ਪਰਸੋਂ ਸਮਰਾਲੇ ਦਾ ਇੱਕ ਰਵੈਤੀ ਅਕਾਲੀ ਜਗਜੀਵਨਪਾਲ ਸਿੰਘ ਖੀਰਨੀਆ, ਐਕਸ ਐਮਐਲਏ, ਉਹ ਇੱਕ ਅਮੀਰ ਆਦਮੀ ਆ। ਉਹ ਚੰਦ ਦਿਨਾਂ ਤੱਕ ਉਸੇ ਹੀ ਬੇਅਦਬੀ ਮਹਿਕਮੇ ਦੇ ਨਾਲ ਰਲਿਆ ਹੋਇਆ ਸੀਗਾ, ਜਿਨ੍ਹਾਂ ਤੇ ਆਪਾਂ ਸਾਰੇ ਗਿਲਾ ਕਰਦੇ ਆ, ਪਰ ਉਸ ਨੂੰ ਵੀ ਉਹਨਾਂ ਨੇ ਲਿਆ ਕੇ ਤੇ ਐਮਐਲਏ ਦੀ ਟਿਕਟ ਦੇਣੀ ਆ। ਬਹੁਤ ਸਾਰੇ ਹੋਰ ਰਵੈਤੀ ਪਾਰਟੀਆਂ ਚੋਂ ਲੋਕਾਂ ਨੂੰ ਲਿਆ ਜਾ ਰਿਹਾ ਵਾ। ਇਹਦਾ ਮਤਲਬ ਜਿਹੜੇ ਲੋਕੀ ਆਮ ਆਦਮੀ ਪਾਰਟੀ ਦੀਆਂ 2014 ਤੋਂ ਲੈ ਕੇ ਹੁਣ ਤੱਕ ਦਰੀਆਂ ਵਿਛਾਉਂਦੇ ਸੀਗੇ, ਜਾਂ ਧਰਨਿਆਂ 'ਚ ਬਹਿੰਦੇ ਸੀ, ਜਾਂ ਕੋਲੋਂ ਪੈਸੇ, ਬੱਸਾਂ ਲੈ ਕੇ ਕੋਲੋਂ ਪੈਸੇ ਖਰਚ ਕੇ ਰੈਲੀਆਂ ਕਰਦੇ ਸੀ, ਜਾਂ ਕਈਆਂ ਦੇ ਉੱਤੇ ਪਰਚੇ ਵੀ ਦਰਜ ਹੋਏ, ਕਈਆਂ ਦੇ ਸੱਟਾਂ ਵੀ ਮਾਰੀਆਂ ਗਈਆਂ, ਕਈਆਂ ਨੂੰ ਪੁਲਿਸ ਟੌਰਚਰ ਵੀ ਸਹਿਣ ਕਰਨਾ ਪਿਆ, ਉਹਨਾਂ ਦਾ ਤਾਂ ਫਿਰ ਵਿਚਾਰਿਆਂ ਦੀ ਕਦੀ ਵਾਰੀ ਨਹੀਂ ਆਉਣੀ। ਇਸ ਕਰਕੇ ਸਿਧਾਂਤਕ ਤੌਰ ਤੇ ਇਹ ਪਾਰਟੀ ਆਪਣਾ ਉੱਥੋਂ ਥਿੜਕ ਚੁੱਕੀ ਸੀ। ਇਸ ਲਈ ਮੇਰਾ, ਜਿੱਥੇ ਮੇਰੀ ਤੋਹੀਨ ਕੀਤੀ ਹੋਈ ਹੋਵੇ, ਜਿੱਥੇ ਮੇਰੀ ਸੈਲਫ ਰਿਸਪੈਕਟ ਨਾ ਹੋਵੇ, ਜਿੱਥੇ ਮੇਰੀ ਪੱਗ ਦੀ ਕੋਈ ਰਿਸਪੈਕਟ ਨਾ ਹੋਵੇ, ਉਹਨਾਂ ਨਾਲ ਮੈਂ ਕਦੀ ਕੋਸ਼ਿਸ਼ ਵੀ ਨਹੀਂ ਕਰ ਸਕਦਾ ਸੀ, ਕਦੀ ਮੈਂ ਜਾ ਵੀ ਨਹੀਂ ਸੀ ਸਕਦਾ। ਲੇਕਿਨ ਉਹਨਾਂ ਨੇ ਵੀ ਕਦੀ ਉਪਰਾਲਾ ਨਹੀਂ ਕੀਤਾ। ਅਗਰ ਉਹ ਉਪਰਾਲਾ ਕਰਦੇ ਤੇ ਗੱਲਬਾਤ ਤੋਂ ਮੈਂ ਕਦੀ ਭੱਜਦਾ ਨਹੀਂ ਸੀਗਾ। ਇਸ ਤੋਂ ਇਲਾਵਾ 2 ਪਲੇਟਫਾਰਮ ਹੋਰ ਰਹਿ ਗਏ ਪੰਜਾਬ ਦੇ ਵਿੱਚ। ਇੱਕ ਬੀਜੇਪੀ, ਅੱਜ ਬੀਜੇਪੀ ਜਿਹੜੀ ਆ ਉਹ ਨਫ਼ਰਤ ਦੀ ਪਾਤਰ ਆ ਸਾਰੇ ਦੇਸ਼ ਵਿੱਚ, ਪੰਜਾਬ ਤਾਂ ਹੀ ਹੈ। ਜਿਸ ਢੰਗ ਦੇ ਨਾਲ ਉਹਨਾਂ ਨੇ ਫਿਰਕਾ ਪ੍ਰਸਤੀ ਦਾ ਇੱਕ ਬਹੁਤ ਵੱਡਾ ਇੱਕ ਲਹਿਰ ਚਲਾਈ ਹੋਈ ਸਾਰੇ ਦੇਸ਼ ਦੇ ਵਿੱਚ, ਔਰ ਜ਼ਿਆਦਤੀਆਂ ਤੇ ਉਤਰੇ ਹੋਏ ਨੇ, ਬਦਲਾਖੋਰੀ ਤੇ ਉਤਰੇ ਹੋਏ ਨੇ। ਸਾਰੇ ਜਿਹੜੇ ਵਾਈਟਲ ਇੰਸਟੀਟਿਊਸ਼ਨਸ ਆ ਇੰਡੀਆ ਦੇ, ਚਾਹੇ ਉਹ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਵਾ, ਚਾਹੇ ਉਹ ਸੀਬੀਸੀ ਹੈ, ਚਾਹੇ ਉਹ ਆਰਟੀਆਈ ਆ, ਇੱਥੋਂ ਤੱਕ ਕਿ ਜੁਡੀਸ਼ਰੀ ਨੂੰ ਵੀ ਆਪਣੇ ਉਹਨਾਂ ਨੇ ਕੰਟਰੋਲ ਵਿੱਚ ਕੀਤਾ, ਉਹਦਾ ਦੁਰਉਪਯੋਗ ਕਰ ਰਹੇ ਨੇ। ਇਸ ਤਰ੍ਹਾਂ ਦੀ ਪਾਰਟੀ ਨਾਲ ਤਾਂ ਅਸੀਂ ਕਦੀ ਸੋਚ ਵੀ ਨਹੀਂ ਸਕਦੇ। ਸਗੋਂ ਇਹਨਾਂ ਨੂੰ ਇੱਕ ਪਲੇਟਫਾਰਮ ਤੇ ਇਕੱਠੇ ਹੋ ਕੇ ਇਹਨਾਂ ਦਾ ਵਿਰੋਧ ਕਰਨਾ ਸਾਰੇ ਠੀਕ ਸੋਚ ਰੱਖਣ ਵਾਲੇ ਵਿਅਕਤੀਆਂ ਦਾ ਇੱਕ ਨੈਤਿਕ ਫਰਜ਼ ਬਣ ਜਾਂਦਾ। ਅਕਾਲੀ ਦਲ, ਜਿਹਦੇ ਨਾਲ ਅਰਸੇ ਤੋਂ ਸਾਡੀ ਲੜਾਈ ਆ। ਮੇਰੇ ਪਿਤਾ ਜੀ ਸਰਦਾਰ ਸੁਖਜਿੰਦਰ ਸਿੰਘ, ਉਹਨਾਂ ਨੇ, ਉਹ ਅਕਾਲੀ ਸੀਗੇ, ਉਹਨਾਂ ਨੇ 1986 ਦੇ ਵਿੱਚ ਜਦੋਂ ਬਰਨਾਲਾ ਸਰਕਾਰ ਸੀ ਤੇ ਉਸ ਵੇਲੇ ਅਕਾਲੀ ਦਲ ਦੀ ਸਰਕਾਰ ਨੇ ਪੁਲਿਸ ਭੇਜਤੀ ਦਰਬਾਰ ਸਾਹਿਬ, ਉਹਦਾ ਨਾਮ ਸੀਗਾ ਆਪਰੇਸ਼ਨ ਬਲੈਕ ਥੰਡਰ। ਉਹਨਾਂ ਨੇ ਉਸੇ ਦਿਨ 30 ਅਪ੍ਰੈਲ 1986 ਨੂੰ ਬਤੌਰ ਵਿੱਦਿਆ ਮੰਤਰੀ ਅਸਤੀਫਾ ਦਿੱਤਾ। ਉਦੋਂ ਹੀ ਨਾਲ ਉਹਨਾਂ ਦੇ ਕੈਪਟਨ ਅਮਰਿੰਦਰ ਸਿੰਘ, ਜਿਹੜੇ ਐਗਰੀਕਲਚਰ ਮਿਨਿਸਟਰ ਸੀ ਪੰਜਾਬ ਦੇ, ਉਹਨਾਂ ਨੇ ਵੀ ਅਸਤੀਫਾ ਦਿੱਤਾ। ਬਾਦਲ ਇੱਕ ਹਮੇਸ਼ਾ ਫਿਊਡਲਿਸਟਿਕ ਸੋਚ ਲੈ ਕੇ ਅਕਾਲੀ ਦਲ ਤੇ ਕਬਜ਼ਾ ਕੀਤਾ ਸੀ। ਉਹ ਜਦੋਂ ਦਾ ਉਹਦਾ ਕੰਟਰੋਲ ਹੋਇਆ, ਉਸਨੇ ਇਸ ਪਾਰਟੀ ਦਾ ਬੇੜਾ ਗਰਕ ਕਰ ਦਿੱਤਾ। ਇਸ ਲਈ, ਔਰ ਹੁਣ ਤਾਂ ਉਹਨਾਂ ਤੇ ਜਿਹੜੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀਆਂ ਦੇ, ਬਾਈਬਲ ਕਲਾਂ ਦੇ, ਜੋ ਭ੍ਰਿਸ਼ਟਾਚਾਰ ਨਾਲ ਦੋਨਾਂ ਹੱਥਾਂ ਨਾਲ ਲੁੱਟ ਕਰਕੇ ਇੱਕ ਬਹੁਤ ਵੱਡਾ ਐਮਪਾਇਰ ਖੜਾ ਕੀਤਾ ਉਹਨਾਂ ਨੇ, ਬਹੁਤ ਵੱਡੀਆਂ ਜਾਇਦਾਦਾਂ ਦੇਸ਼ ਵਿਦੇਸ਼ਾਂ ਵਿੱਚ ਬਣਾਈਆਂ। ਉਹਨਾਂ ਨਾਲ ਸਿਧਾਂਤਕ ਵੱਡੇ ਪੱਧਰ ਦੇ ਉੱਤੇ ਸਾਡੇ ਮਤਭੇਦ ਨੇ, ਉਹਨਾਂ ਨਾਲ ਕਦੀ ਸੋਚ ਵੀ ਨਹੀਂ ਸੀ ਸਕਦੇ। ਇਸ ਲਈ ਮੈਂ ਕਿਸ ਪਲੇਟਫਾਰਮ ਤੇ ਜਾਂਦਾ, ਮੇਰਾ ਆਪਣਾ ਹਲਕਾ ਭੁਲੱਥ, ਜਿੱਥੇ ਅੱਧੀ ਸਦੀ ਤੋਂ ਸਾਡੇ ਨਾਲ ਲੋਕ ਜੁੜੇ ਨੇ, ਅੱਧੀ ਸਦੀ ਤੋਂ। ਪਹਿਲੀ ਇਲੈਕਸ਼ਨ ਮੇਰੇ ਪਿਤਾ ਜੀ ਨੇ 1972 ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਟਿਕਟ ਦੇ ਉੱਤੇ ਉਸ ਹਲਕੇ ਭੁਲੱਥ ਤੋਂ ਲੜੀ ਸੀ। ਅੱਜ 50 ਸਾਲ ਹੋਣ ਜਾ ਰਹੇ ਨੇ। 50 ਸਾਲਾਂ ਦੇ ਲੋਕ ਜਿਹੜੇ ਸਾਡੇ ਨਾਲ ਜੁੜੇ ਨੇ, ਉਹਨਾਂ ਦਾ ਮੇਰੇ ਤੇ ਬਹੁਤ ਪ੍ਰੈਸ਼ਰ ਪਿਛਲੇ ਸਾਲ, 1.5 ਸਾਲ ਤੋਂ, ਕਿ ਤੁਸੀਂ ਬਹੁਤ ਕੋਸ਼ਿਸ਼ ਕੀਤੀ, ਤੁਸੀਂ ਹਰ ਮੁਮਕਿਨ ਯਤਨ ਕਰਕੇ ਦੇਖ ਲਿਆ, ਪਰ ਜੇ ਚੋਣ ਪ੍ਰਣਾਲੀ ਵਿੱਚ ਰੈਲੇਵੈਂਟ ਰਹਿਣਾ ਚਾਹੁੰਦੇ ਹੋ, ਜੇ ਸਾਡੀ ਮਦਦ ਕਰਨਾ ਚਾਹੁੰਦੇ ਹੋ, ਜੇ ਪੰਜਾਬ ਦੇ ਇਸ਼ੂਜ਼ ਉਠਾਉਣਾ ਚਾਹੁੰਦੇ ਹੋ, ਤਾਂ ਫਿਰ ਤੁਹਾਨੂੰ ਕਾਂਗਰਸ ਜੁਆਇਨ ਕਰਨੀ ਚਾਹੀਦੀ ਹੈ। ਤੁਸੀਂ ਜਾ ਕੇ ਭੁਲੱਥ ਵਿੱਚ ਬੱਚੇ ਤੋਂ ਤਸਦੀਕ ਕਰ ਸਕਦੇ ਹੋ। ਇਸ ਲਈ ਮੈਂ ਉਹਨਾਂ ਦੇ ਜਜ਼ਬਾਤਾਂ ਦੀ ਵੀ ਕਦਰ ਕਰਨੀ ਹੈ ਨਾ, ਕਿਉਂਕਿ ਕੁਝ ਲੋਕ ਸੋਸ਼ਲ ਮੀਡੀਆ ਤੇ ਬੈਠ ਕੇ ਬੜਾ ਸੌਖਾ ਕਮੈਂਟ ਕਰਨਾ, ਕਿਸੇ ਨੂੰ ਕੰਡੈਮ ਕਰਨਾ, ਕਿਸੇ ਨੂੰ ਗਾਲਾਂ ਕੱਢਣੀਆਂ, ਪਰ ਜਿਹੜੇ ਲੋਕ ਮੈਨੂੰ ਵੋਟ ਪਾ ਕੇ ਨਵਾਜ ਕੇ ਪੰਜਾਬ ਦੀ ਵਿਧਾਨ ਸਭਾ 'ਚ ਭੇਜਦੇ ਨੇ, ਜਿਨ੍ਹਾਂ ਦੇ ਕਰਕੇ ਮੇਰੀ ਆਵਾਜ਼ ਦੀ ਕੋਈ ਕੀਮਤ ਬਣਦੀ ਆ, ਮੈਂ ਉਹਨਾਂ ਦੀ ਗੱਲ ਵੀ ਅੱਖੋਂ ਪਰੋਖੇ ਨਹੀਂ ਸੀ ਕਰ ਸਕਦਾ। ਇਸ ਕਰਕੇ ਮੈਂ ਉਹਨਾਂ ਦੇ ਵੀ ਗੱਲ ਸੁਣੀ। ਸਾਰਾ ਕੁਝ ਸੋਚਣ ਤੋਂ ਬਾਅਦ, ਸਮਝਣ ਤੋਂ ਬਾਅਦ, ਸੁਣਨ ਤੋਂ ਬਾਅਦ, ਵਿਚਾਰਨ ਤੋਂ ਬਾਅਦ ਇਹ ਮੈਂ ਬੜੇ ਧੀਰਜ ਨਾਲ ਇਹ ਫੈਸਲਾ ਲਿਆ ਵਾ, ਔਰ ਮੈਂ ਆਪਣੇ ਸਾਥੀਆਂ ਦੇ ਨਾਲ
ਅਸੀਂ ਕਾਂਗਰਸ ਪਾਰਟੀ ਜੁਆਇਨ ਕਰਨ ਜਾ ਰਹੇ ਹਾਂ, ਜੁਆਇਨ ਕਰ ਲਈ ਸਮਝ ਲਓ। ਤੇ ਮੈਂ ਤੁਹਾਨੂੰ ਯਕੀਨ ਦਿਵਾਉਣਾ ਚਾਹੁੰਦਾ ਵਾਂ ਕਿ ਚਾਹੇ ਮੈਂ ਕਿਤੇ ਹੀ ਰਵਾਂ, ਮੈਂ ਗੱਲ ਹਮੇਸ਼ਾ ਆਪਣੇ ਸੂਬੇ ਪੰਜਾਬ ਦੀ, ਆਪਣੇ ਲੋਕਾਂ ਦੀ ਗੱਲ ਕਰਾਂਗਾ। ਮੈਂ 25 ਸਾਲ ਦਾ ਇਸ ਰਾਜਨੀਤਿਕ ਪਿੜ ਵਿੱਚ ਐਕਟਿਵ ਹਾਂ। 25 ਸਾਲਾਂ 'ਚ ਸਰਕਾਰਾਂ ਨੇ ਤਾਂ ਮੇਰੇ ਤੇ ਮੁਕੱਦਮੇ ਬਣਾਏ ਨੇ, ਜੋ ਮੇਰੇ ਤੇ 6 ਮੁਕੱਦਮੇ ਅਕਾਲੀਆਂ ਨੇ ਬਣਾਏ, ਮੇਰੇ ਤੇ ਐਨਡੀਪੀਐਸ ਦਾ ਝੂਠਾ ਮੁਕੱਦਮਾ ਬਣਾਇਆ, ਮੇਰੇ ਤੇ ਬੀਜੇਪੀ ਨੇ ਹੁਣ ਈਡੀ ਦੇ ਰੇਡ ਕਰਾਏ। ਪਰ ਮੈਂ ਇੱਕ ਤੁਹਾਡੀ ਕਚਹਿਰੀ 'ਚ ਪੱਖ ਰੱਖਣਾ ਚਾਹੁੰਦਾ ਕਿ ਅੱਜ ਤੱਕ ਮੇਰੇ ਤੇ ਕਦੀ ਕਿਸੇ ਵਿਅਕਤੀ ਨੇ, ਹਲਕਾ ਪਲਾਥੀਆ ਪੰਜਾਬ ਦੇ ਵਿੱਚ ਕਿਸੇ ਨੇ ਇਹ ਨਹੀਂ ਕਿਹਾ ਕਿ ਸਾਡੇ ਨਾਲ ਇਹਨੇ ਠੱਗੀ ਮਾਰੀ ਆ, ਸਾਡੇ ਨਾਲ ਇਹਨੇ ਬੇਈਮਾਨੀ ਕੀਤੀ ਆ, ਸਾਡੇ ਨਾਲ ਇਹਨੇ ਧਰੋਹ ਕੀਤਾ ਵਾ, ਸਾਡੇ ਨਾਲ ਇਹਨੇ ਵਾਅਦਾ ਖਿਲਾਫੀ ਜਾਂ ਵਿਸ਼ਵਾਸਘਾਤ ਕੀਤਾ, ਕਦੀ ਨਹੀਂ ਕੀਤਾ। ਕਿਉਂਕਿ ਮੇਰਾ ਸੁਭਾਅ ਨਹੀਂਗਾ। ਮੈਂ ਕਦੀ ਦੋਗਲੀ ਰਾਜਨੀਤੀ ਨਹੀਂ ਕੀਤੀ, ਮੈਂ ਕਦੀ ਛੁਪਾ ਕੇ ਕੋਈ ਕੰਮ ਨਹੀਂ ਕੀਤਾ। ਕੁਝ ਲੋਕ ਮੈਨੂੰ ਕਾਫੀ ਅਰਸੇ ਤੋਂ ਪੁੱਛਦੇ ਤੁਹਾਡਾ ਪ੍ਰੋਗਰਾਮ ਕੀ ਆ, ਤਾਂ ਮੈਂ ਸਮਝਦਾ ਸੀਗਾ ਕਿ ਸਹੀ ਵਕਤ ਦੇ ਉੱਤੇ ਤੁਹਾਨੂੰ ਸਭ ਨੂੰ ਮੈਂ ਇਸ ਦੇ ਉੱਤੇ ਚਾਨਣਾ ਪਾਉਂਗਾ, ਤੁਹਾਨੂੰ ਜਾਣੂ ਕਰਵਾਉਂਗਾ। ਇਸ ਲਈ ਮੇਰੇ ਸਤਿਕਾਰਯੋਗ ਵੀਰੋ, ਭੈਣੋ, ਭਰਾਓ, ਬਜ਼ੁਰਗੋ, ਮਾਤਾਓ, ਜਿੱਥੇ ਵੀ ਤੁਸੀਂ ਬੈਠੇ ਹੋ ਦੁਨੀਆ ਭਰ ਦੇ ਵਿੱਚ, ਮੈਂ ਤੁਹਾਨੂੰ ਇਹ ਫਿਰ ਭਰੋਸਾ ਦਿਵਾਉਣਾ ਚਾਹੁੰਦਾ ਕਿ ਮੈਂ ਰਹਾਂ ਚਾਹੇ ਕਿਤੇ, ਪਰ ਮੇਰਾ ਦਿਲ ਜਿਹੜਾ ਹੈ ਉਹ ਆਪਣੇ ਸੂਬੇ, ਆਪਣੇ ਲੋਕਾਂ ਵਾਸਤੇ ਹਮੇਸ਼ਾ ਧੜਕਦਾ ਰਹੇਗਾ। ਔਰ ਮੈਂ ਹਲਕਾ ਪਲਾਥੀ ਦੇ ਲੋਕਾਂ ਨੂੰ ਵੀ ਯਕੀਨ ਦਿਵਾਉਣਾ ਚਾਹੁੰਦਾ, ਮੇਰੇ ਤੋਂ ਜ਼ਿੰਦਗੀ 'ਚ ਗਲਤੀਆਂ ਹੋਈਆਂ ਹੋਣਗੀਆਂ। ਪੰਜਾਬ ਦੇ ਲੋਕਾਂ ਨੂੰ ਵੀ ਕਹਿਣਾ ਚਾਹੁੰਦਾ, ਮੈਨੂੰ ਇਹ ਪੋਲੀਟੀਕਲ ਫੈਸਲੇ ਲੈਣ ਵਿੱਚ ਕੋਈ ਮੇਰੇ ਤੋਂ ਗਲਤੀ ਹੋਈ ਹੋਵੇਗੀ, ਕਿਉਂਕਿ ਮੈਂ ਪ੍ਰੋਫੈਸ਼ਨਲ ਪੋਲੀਟੀਸ਼ੀਅਨ ਨਹੀਂਗਾ, ਮੇਰਾ ਧੰਦਾ ਨਹੀਂ ਸੀਗਾ। ਮੈਨੂੰ ਤਾਂ ਇਸ ਪੋਲੀਟੀਕਲ ਲਾਈਨ ਵਿੱਚ ਬਾਈ ਡਿਫਾਲਟ ਆਉਣਾ ਪਿਆ, ਕਿਉਂਕਿ ਮੇਰੇ ਪਿਤਾ ਜੀ ਉਸ ਵਕਤ ਲੰਬੀਆਂ ਡਿਟੈਂਸ਼ਨਾਂ ਚੱਲ ਰਹੇ ਸੀਗੇ। ਨੈਸ਼ਨਲ ਸਿਕਿਉਰਿਟੀ ਐਕਟ ਵਿੱਚ ਐਮਰਜੈਂਸੀ ਤੋਂ ਲੈ ਕੇ ਸਾਲ ਡੇਢ ਸਾਲ ਉਹਨਾਂ ਨੂੰ ਨਜ਼ਰਬੰਦ ਕੀਤਾ ਜਾਂਦਾ ਸੀ। ਮੈਂ ਕਿਉਂਕਿ ਉਹਨਾਂ ਦਾ ਇਕੱਲਾ ਪੁੱਤਰ ਸੀ, ਮੈਨੂੰ ਉੱਥੇ ਹਲਕੇ ਦੇ ਵਿੱਚ ਰਹਿਣਾ ਪਿਆ। ਮੈਂ ਤਾਂ ਸਗੋਂ ਬਹੁਤ ਕੁਛ ਇਹਦੇ ਵਿੱਚ ਨੁਕਸਾਨ ਝੱਲਿਆ, ਘਾਟਾ ਖਾਦਾ। ਮੈਂ ਕਦੀ ਕੋਈ ਗੈਰ ਕਾਨੂੰਨੀ ਕੰਮ, ਕੋਈ ਕਰਪਸ਼ਨ, ਕੋਈ ਭ੍ਰਿਸ਼ਟਾਚਾਰ ਕਦੀ ਨਹੀਂ ਕੀਤੀ। ਇਸ ਲਈ ਮੈਂ ਤੁਹਾਨੂੰ ਕਹਿਣਾ ਚਾਹੁੰਦਾ ਵਾਂ ਕਿ ਮੇਰੇ 'ਚ 100 ਉਣਤਾਈਆਂ ਹੋ ਸਕਦੀਆਂ ਨੇ, ਪਰ ਮੈਂ ਆਪਣੇ ਲੋਕਾਂ ਦੇ ਪ੍ਰਤੀ ਕਦੀ ਕੋਈ ਨਾ ਬੇਵਫਾ ਵਾਂ, ਨਾ ਮੈਂ ਕੋਈ ਉਹਨਾਂ ਦੇ ਮਤਲਬ ਕਦੀ ਭੈੜੀ ਸੋਚ ਰੱਖ ਸਕਦਾ, ਨਾ ਮੈਂ ਕਿਸੇ ਦੇ ਨਾਲ ਕੋਈ ਬੇਈਮਾਨੀ ਕੀਤੀ ਆ। ਇਸ ਲਈ ਸਭ ਨੂੰ ਮੇਰੀ ਹੱਥ ਜੋੜ ਕੇ ਨਿਮਰਤਾ ਨਾਲ ਬੇਨਤੀ ਆ ਕਿ ਜਿਨ੍ਹਾਂ ਨੂੰ ਨਹੀਂ ਵੀ ਚੰਗਾ ਲੱਗਿਆ, ਕੋਈ ਗੱਲ ਨਹੀਂ ਕਿ ਸਾਰਿਆਂ ਨੂੰ ਆਪਾਂ, ਕੋਈ ਵੀ ਆਦਮੀ 100 ਕਲਾ ਸੰਪੂਰਨ ਨਹੀਂ ਹੋ ਸਕਦਾ, ਕੋਈ ਵੀ ਆਦਮੀ ਸਭ ਨੂੰ ਖੁਸ਼ ਨਹੀਂ ਕਰ ਸਕਦਾ। ਜਿਹੜੇ ਮੇਰੇ ਫੈਸਲੇ ਨਾਲ ਸਹਿਮਤ ਨਹੀਂ ਗਏ ਉਹਨਾਂ ਦਾ ਵੀ ਮੈਂ ਸ਼ੁਕਰੀਆ ਅਦਾ ਕਰਦਾ, ਤੇ ਜਿਹੜੇ ਮੇਰੇ ਫੈਸਲੇ ਨਾਲ ਸਹਿਮਤ ਨੇ ਮੈਂ ਉਹਨਾਂ ਨੂੰ ਯਕੀਨ ਦਿਵਾਉਣਾ ਚਾਹੁੰਦਾ ਕਿ ਆਉਣ ਵਾਲੇ ਸਮੇਂ 'ਚ ਮੈਂ ਕਿਤੇ ਵੀ ਰਵਾਂ, ਕਾਂਗਰਸ ਦੇ ਪਲੇਟਫਾਰਮ ਤੇ ਰਹਿ ਕੇ ਮੈਂ ਆਪਣੇ ਪੰਜਾਬ ਦੀ, ਆਪਣੇ ਹਕੂਕ ਦੀ ਹਮੇਸ਼ਾ ਗੱਲ ਕਰਦਾ ਰਹੂੰਗਾ। ਔਰ ਜਿਹੜੇ ਇਹ ਨਲਾਇਕ ਲੋਕ ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀਆਂ ਕੀਤੀਆਂ, ਪੰਜਾਬ ਨੂੰ ਦੋਨਾਂ ਹੱਥਾਂ ਨਾਲ ਲੁੱਟਿਆ, ਇਹਨਾਂ ਨੂੰ ਡੈਫੀਨਿਟਲੀ ਸਜ਼ਾ ਮਿਲਣੀ ਚਾਹੀਦੀ ਆ। ਕੈਪਟਨ ਅਮਰਿੰਦਰ ਸਿੰਘ ਨਾਲ 100 ਮੇਰੇ ਪੋਲੀਟੀਕਲ ਡਿਫਰੈਂਸਿਸ ਸੀਗੇ, 100। ਜਦੋਂ ਕੋਈ ਟਾਈਮ ਸੀਗਾ ਅਪੋਜ਼ ਕਰਨ ਦਾ, ਮੈਂ ਟਾਈਮ ਅਪੋਜ਼ ਵੀ ਕੀਤਾ, ਪਰ ਅੱਜ ਜਦੋਂ ਮੈਂ ਦੇਖਿਆ ਕਿ ਹੋਰ ਕੋਈ ਵਾਇਬਲ ਅਲਟਰਨੇਟਿਵ ਨਹੀਂ ਪੈਦਾ ਕਰ ਸਕੇ ਅਸੀਂ, ਤਾਂ ਮੈਂ ਸਮਝਦਾ ਕਿ ਮੈਨੂੰ ਫਿਰ ਉੱਥੇ ਜਾਣ ਦਾ ਫੈਸਲਾ ਕਰਨਾ ਪਿਆ। ਕੈਪਟਨ ਅਮਰਿੰਦਰ ਸਿੰਘ ਵਿੱਚ ਕੁਝ ਉਣਤਾਈਆਂ ਅਗਰ ਹਨ ਵੀ, ਪਰ ਇੱਕ ਗੱਲ ਯਾਦ ਰੱਖਿਓ ਕਿ ਜਦੋਂ ਪੰਜਾਬ ਦੀ ਗੱਲ ਆਈ 1984 ਦੇ ਵਿੱਚ ਦਰਬਾਰ ਸਾਹਿਬ ਤੇ ਹਮਲਾ ਹੋਇਆ ਸੀਗਾ, ਕੈਪਟਨ ਅਮਰਿੰਦਰ ਸਿੰਘ ਪਟਿਆਲੇ ਤੋਂ ਮੈਂਬਰ ਪਾਰਲੀਮੈਂਟ ਸੀ ਕਾਂਗਰਸ ਦੇ, ਇਹਨਾਂ ਨੇ ਉਸ ਵੇਲੇ ਅਸਤੀਫਾ ਦੇ ਦਿੱਤਾ ਸੀਗਾ। ਉਸ ਤੋਂ ਬਾਅਦ 1986 ਵਿੱਚ ਜਦੋਂ ਆਪਰੇਸ਼ਨ ਬਲੈਕ ਥੰਡਰ ਬਰਨਾਲਾ ਸਾਹਿਬ ਦੀ ਸਰਕਾਰ ਨੇ ਪੁਲਿਸ ਭੇਜੀ ਦਰਬਾਰ ਸਾਹਿਬ, ਇਹਨਾਂ ਨੇ ਬਤੌਰ ਐਗਰੀਕਲਚਰ ਮਿਨਿਸਟਰ ਫਿਰ ਅਸਤੀਫਾ ਦੇ ਦਿੱਤਾ। 2004 ਵਿੱਚ ਜਦੋਂ ਪਾਣੀਆਂ ਦਾ ਬਹੁਤ ਵੱਡਾ ਵਿਵਾਦ, ਆਪਣਾ ਪਾਣੀ ਲੈ ਚੱਲਾ ਸੀ ਹਰਿਆਣਾ, ਇਹਨਾਂ ਨੇ ਟਰਮੀਨੇਸ਼ਨ ਆਫ ਐਗਰੀਮੈਂਟਸ ਐਕਟ ਪਾਸ ਕਰਕੇ ਪੰਜਾਬ ਦੀ ਵਿਧਾਨ ਸਭਾ ਦੇ ਵਿੱਚ ਇੱਕ ਵਾਰ ਪੰਜਾਬ ਦੇ ਪਾਣੀਆਂ ਨੂੰ ਫਿਰ ਬਚਾਇਆ। ਇਸੇ ਤਰ੍ਹਾਂ ਹੀ ਹੁਣ ਜਦੋਂ ਕਿਸਾਨਾਂ ਦਾ ਮੁੱਦਾ ਉੱਠਿਆ ਹੈ ਆਪਣੇ ਦੇਸ਼ ਵਿੱਚ, ਆਪਣੇ ਪੰਜਾਬ ਦੇ ਵਿੱਚ, ਉਹਨਾਂ ਨੇ ਪੰਜਾਬ ਦੀ ਵਿਧਾਨ ਸਭਾ ਵਿੱਚ ਤਿੰਨੇ ਕਾਨੂੰਨਾਂ ਨੂੰ ਅਮੈਂਡ ਕਰਕੇ ਇੱਕ ਠੋਸ ਰੈਜ਼ੋਲੂਸ਼ਨ ਇਸ ਕਾਨੂੰਨਾਂ ਦਾ, ਕਾਲੇ ਕਾਨੂੰਨਾਂ ਦਾ ਵਿਰੋਧ ਕਰਦਿਆਂ ਹੋਇਆਂ ਅਸੈਂਬਲੀ 'ਚ ਪਾਸ ਕਰਕੇ ਇਸ ਦਾ ਵੀ ਡਟਵਾਂ ਵਿਰੋਧ ਕੀਤਾ ਵਾ। ਮੈਂ ਜਿੱਦਾਂ ਕਿਹਾ ਕਿ ਹਰ ਆਦਮੀ ਕੋਈ 100% ਕਰੈਕਟ ਨਹੀਂ ਹੋ ਸਕਦਾ, ਪਰ ਬਾਈ ਐਂਡ ਲਾਰਜ ਅਗਰ ਆਪਾਂ ਇਹਨਾਂ ਦਿਨਾਂ ਵਿੱਚ ਦੇਖਾਂਗੇ ਤਾਂ ਆਈ ਥਿੰਕ ਦੈਟ ਹੀ ਇਜ਼ ਸਟਿਲ ਵਨ ਆਫ ਦ ਬੈਸਟ ਲੀਡਰਸ ਦੈਟ ਪੰਜਾਬ ਹੈਜ਼ ਗॉट। ਹੋ ਸਕਦਾ ਹਲੇ ਉਹਨਾਂ ਦੇ ਕੰਮ ਵਿੱਚ ਬਕਾਇਆ ਕੁਝ ਉਣਤਾਈਆਂ ਨੇ, ਕੰਮ ਕਰਨ ਵਾਲੇ ਨੇ। ਅਸੀਂ ਯਤਨ ਕਰਾਂਗੇ ਕਿ ਜਿੰਨੇ ਵੀ ਅਸੀਂ ਅਸੀਂ ਪੂਰਾ ਉਹਦੇ 'ਚ ਰੋਲ ਅਦਾ ਕਰਕੇ, ਤੇ ਜਿਹੜਾ ਖਾਸ ਤੌਰ ਤੇ ਮਸਲਾ ਬੇਅਦਬੀਆਂ ਦਾ, ਗੁਰੂ ਗ੍ਰੰਥ ਸਾਹਿਬ ਦਾ, ਬਾਈਬਲ ਕਲਾਂ ਦਾ ਲਟਕਦਾ ਹੁੰਦਾ, ਉਹਦੇ ਵਿੱਚ ਇਨਸਾਫ ਦਿਵਾਉਣ ਵਿੱਚ ਸਹਾਈ ਹੋਵਾਂਗੇ। ਸੋ ਤੁਹਾਡਾ ਸਾਰਿਆਂ ਦਾ ਮੇਰੇ ਨਾਲ ਬਣਨ ਵਾਸਤੇ ਤੁਹਾਡਾ ਸ਼ੁਕਰੀਆ। ਦੁਨੀਆ ਭਰ 'ਚ ਜਿਨ੍ਹਾਂ ਨੇ ਮੇਰਾ ਸਾਥ ਦਿੱਤਾ, ਜਿਨ੍ਹਾਂ ਨੇ ਮਦਦ ਕੀਤੀ, ਹਰ ਕਿਸਮ ਦੀ ਮੈਂ ਤੁਹਾਡਾ ਧੰਨਵਾਦ ਕਰਦਾ। ਮੈਂ ਹਮੇਸ਼ਾ ਨਹੀਂ ਰਹੂੰਗਾ, ਮੈਂ ਤੁਹਾਡਾ ਸਭ ਦਾ ਅਵੇਲੇਬਲ ਰਹੂੰਗਾ। ਇਹ ਨਹੀਂ ਕਿ ਮੈਂ ਕਦੀ ਭੱਜਿਆ ਨਹੀਂ, ਮੈਂ ਕਦੀ ਟੈਲੀਫੋਨ ਅਟੈਂਡ ਕਰਨ ਤੋਂ ਨਹੀਂ ਭੱਜਿਆ, ਮੈਂ ਸਭ ਨਾਲ ਗੱਲ ਕਰਦਾ, ਜਿੰਨੀ ਮੇਰੇ 'ਚ ਕੈਪੈਸਿਟੀ ਹੈ, ਗਾਂ ਵੀ ਮੈਂ ਇਸੇ ਤਰ੍ਹਾਂ ਹੀ ਕਰਦਾ ਰਹੂੰਗਾ। ਉਮੀਦ ਹੈ ਸਾਡੇ ਇਸ ਫੈਸਲੇ ਤੇ, ਜੋ ਅਸੀਂ 3 ਵਿਧਾਇਕ ਕਾਂਗਰਸ ਪਾਰਟੀ ਜੁਆਇਨ ਕਰ ਰਹੇ ਹਾਂ, ਤੁਸੀਂ ਇਸ ਫੈਸਲੇ ਦੇ ਨਾਲ ਸਹਿਮਤੀ ਵੀ ਪ੍ਰਗਟਾਓਗੇ, ਸਾਡੇ ਤੇ ਭਰੋਸਾ ਵੀ ਰੱਖੋਗੇ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸ਼ੁਕਰੀਆ।
ਧੰਨਵਾਦ, ਥੈਂਕ ਯੂ। E5 ਚੈਨਲ ਪੰਜਾਬੀ ਹੁਣੇ ਸਬਸਕ੍ਰਾਈਬ ਕਰੋ, ਬੈਲ ਆਈਕਨ ਤੇ ਕਲਿੱਕ ਕਰੋ।